ਸਤਿ ਸ਼੍ਰੀ ਅਕਾਲ ਜੀ। ਆਈ ਹੋਪ ਯੂ ਆਲ ਆਰ ਡੂਇੰਗ ਵੈਲ। ਜਿਵੇਂ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਲੋਕਡਾਊਨ ਅਨਲੌਕ ਹੋ ਚੁੱਕਿਆ ਹੈ ਐਂਡ ਵੀ ਆਰ ਮੀਟਿੰਗ ਪੀਪਲ, ਸੈਲੀਬ੍ਰਿਟੀਜ਼ ਨੂੰ ਆਪਾਂ ਮਿਲ ਰਹੇ ਹਾਂ, ਪ੍ਰੋਜੈਕਟਸ ਬਾਰੇ ਗੱਲ ਕਰ ਰਹੇ ਹਾਂ। ਟੁਡੇ ਆਈ ਫੀਲ ਲਾਈਕ ਆਮ ਪਰਸਨਲੀ ਵੈਰੀ ਗਲੈਡ ਕਿਉਂਕਿ ਬਿਕਾਜ਼ ਆਈ ਐਮ ਅ ਬਲੈਸਡ ਕਿਡ। ਤੁਸੀਂ ਜ਼ਰੂਰ ਸੋਚੋਗੇ ਦੈਟ ਵਾਈ ਮੈਂ ਆਪਣੀ ਫੈਮਿਲੀ ਦਾ ਜ਼ਿਕਰ ਕਰ ਰਹੀ ਹਾਂ। ਆਈ ਕੇਮ ਫਰਮ ਅ ਜੁਆਇੰਟ ਫੈਮਿਲੀ ਐਂਡ ਬਹੁਤ ਚੰਗਾ ਲੱਗਦਾ ਹੈ ਦੇਖ ਕੇ ਵੈਨ ਫੈਮਿਲੀ ਇਜ਼ ਟੂਗੇਦਰ। ਆਈ ਗੈਸ ਫੈਮਿਲੀ ਇਜ਼ ਅ ਵਰਡ ਵਿਚ ਹੀਲਸ ਐਵਰੀਥਿੰਗ। ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਇਟਸ ਆਲ ਅਬਾਊਟ ਰਿਲੇਸ਼ਨਸ਼ਿਪ, ਫੈਮਿਲੀ, ਅੰਡਰਸਟੈਂਡਿੰਗ ਐਂਡ all that stuff. But हाँ उसਦੇ ਵਿੱਚ obviously celebrity interviews we do every day, so celebrities ਵੀ ਮੇਰੇ ਨਾਲ ਮੌਜੂਦ ਆ। I can say family ਦੇ ਨਾਲ ਹੀ best friends I must say. So let me introduce them. Very beautiful ਵਾਮਿਕਾ ਗੱਬੀ and ਬਹੁਤ ਪਿਆਰੇ ਜਿਹੇ ਅੰਕਲ ਤੇ ਨਾਲ ਹੀ ਮੈਂਡੀ ਤੱਖਰ। ਸਭ ਤੋਂ ਪਹਿਲਾਂ thank you so much and finally ਮੇਰੀ ਟਰਨ ਆ ਹੀ ਗਈ। I know. Thank you so much. Well, ਜਿਵੇਂ ਮੈਂ ਇੰਟਰੋਡਕਸ਼ਨ ਦਿੱਤਾ ਕਿ ਫੈਮਿਲੀ, ਆਈ ਆਲਸੋ ਬਿਲੋਂਗ ਫਰਮ ਅ ਜੁਆਇੰਟ ਫੈਮਿਲੀ ਐਂਡ ਆਈ ਨੋ ਦ ਲਵ ਐਂਡ ਅਫੈਕਸ਼ਨ ਉਸ ਫੈਮਿਲੀ ਦੇ ਵਿੱਚ ਹੁੰਦੀ ਆ। ਇਟ ਹੀਲਸ ਆਲਮੋਸਟ ਐਵਰੀਥਿੰਗ। ਸੋ ਪਹਿਲਾਂ ਆਫ ਕੋਰਸ ਇੱਥੇ ਆਉਣ ਦਾ ਜਿਹੜਾ ਮੇਨ ਰੀਜ਼ਨ ਆ, ਤੁਸੀਂ ਬੁੱਕ ਲਾਂਚ ਕੀਤੀ ਆ ਅੰਕਲ। ਮੈਂ ਚਾਹਾਂਗੀ ਤੁਸੀਂ ਆਪ ਹੀ ਇੱਕ ਵਾਰ ਸਭ ਕੁਝ ਐਕਸਪਲੇਨ ਕਰੋ। ਐਕਚੁਅਲੀ ਮੇਰੀਆਂ ਅੱਜ ਦੋ ਕਿਤਾਬਾਂ ਜਿਹੜੀਆਂ ਉਹ ਰਿਲੀਜ਼ ਕੀਤੀਆਂ ਗਈਆਂ ਇਹ ਹਿੰਦੀ 'ਚ ਮੇਰੀਆਂ ਪਹਿਲੀਆਂ ਕਿਤਾਬਾਂ। ਮੈਂ ਇਹਨੂੰ ਆਪ ਹਿੰਦੀ 'ਚ ਨਹੀਂ ਲਿਖਿਆ। ਮੇਰੀਆਂ ਬੇਸਿਕਲੀ ਪੂਰਨ ਕਥਾ 2015 'ਚ ਆਈ ਸੀ, ਜਿਹਨੂੰ ਚੰਡੀਗੜ੍ਹ ਸਾਹਿਤ ਅਕਾਦਮੀ ਨੇ ਛਾਪਿਆ ਸੀਗਾ, ਔਰ ਇਹ ਉਸਦਾ ਹਿੰਦੀ ਰੂਪਾਂਤਰ ਹੈ। ਔਰ ਇਹਨੂੰ ਮੀਨਾਕਸ਼ੀ ਮਨਹਰ ਨਾਮ ਦੇ ਮੈਡਮ ਹੈਗੇ ਆ, ਬੜੇ ਅੱਛੇ ਪੰਜਾਬੀ ਹਿੰਦੀ ਦੇ ਲੇਖਕ ਹੈ, ਉਹਨਾਂ ਨੇ ਕੀਤਾ। ਔਰ ਇਹ ਜਿਹੜੀ ਪੂਰਨ ਕਥਾ ਕਹਾਣੀ ਹੈ ਜਾਂ ਕਿਤਾਬ ਹੈ, ਮੇਰੇ ਪਿਤਾ ਜੀ ਦੀ ਬਾਇਓਗ੍ਰਾਫੀ ਹੈ। ਉਹਨਾਂ ਦੀ ਉਹ ਪਾਕਿਸਤਾਨ ਤੋਂ ਸ਼ੁਰੂ ਹੋ ਕੇ ਤੇ ਇੰਡੀਆ ਜਿੱਥੇ ਆਉਣ ਤੱਕ ਦਾ ਜਿਹੜਾ ਸੀਨ ਹੈ ਉਹ ਸਾਰੀ ਜ਼ਿੰਦਗੀ ਦੀ ਗਾਥਾ ਹੈ। ਇਸੇ ਕਰਕੇ ਮੇਰੇ ਪਿਤਾ ਜੀ ਦਾ ਨਾਮ ਪੂਰਨ ਸੀਗਾ, ਸੋ ਪੂਰਨ ਕਥਾ, ਕੰਪਲੀਟ ਕਥਾ। ਸੋ ਦੂਸਰੀ ਮੇਰੀ ਕਿਤਾਬ ਹੈ ਬਿੰਬ ਪ੍ਰਤੀਬਿੰਬ। ਉਹ ਹੈਗੀ ਹੈ ਮੇਰੀਆਂ ਕੁਛ 9 ਪੰਜਾਬੀ ਦੀਆਂ ਕਹਾਣੀਆਂ, ਚੋਣਵੀਆਂ ਕਹਾਣੀਆਂ, ਜਿਹੜੀਆਂ ਅਲੱਗ-ਅਲੱਗ ਕਿਤਾਬਾਂ ਦੇ ਵਿੱਚ ਜਾਂ ਅਖਬਾਰਾਂ 'ਚ ਜਾਂ ਰਸਾਲਿਆਂ 'ਚ ਛਪੀਆਂ। ਉਹਨਾਂ ਵਿੱਚ ਚੋਣਵੀਆਂ ਕਹਾਣੀਆਂ ਦਾ ਹਿੰਦੀ ਰੂਪਾਂਤਰ ਹੈ ਜੀ। ਸੋ ਬਹੁਤ ਚੰਗਾ ਲੱਗਾ ਕਿਉਂਕਿ ਯੂਜੂਲੀ ਤੁਸੀਂ ਮੀਡੀਆ ਨਾਲ ਜਿਹੜਾ ਹੈ ਬਹੁਤ ਘੱਟ ਇੰਟਰੈਕਸ਼ਨ ਕਰਦੇ ਹੋ। ਦੱਸ ਦਈਏ ਪੱਤਰਕਾਰ ਹੋਣ ਦੇ ਨਾਤੇ ਬਹੁਤ ਅੱਛਾ ਲਿਖਦੇ ਵੀ ਆ। ਸੋ ਇੰਟਰੋਡਕਸ਼ਨ ਨੇ ਦਿੱਤੀ ਸੀ ਫੈਮਿਲੀ ਜਿਹੜਾ ਕਰਕੇ। ਸੋ ਵਾਮਿਕਾ ਬੀਇੰਗ ਐਨ ਐਕਟਰੈਸ ਓਬਵੀਅਸਲੀ ਇੱਕ ਹੁੰਦਾ ਹੈ ਕਿ ਐਕਟਰਸ ਦਾ ਜਿੱਥੇ ਐਕਟਰਸ ਆਉਂਦਾ ਹੈ ਨਾ ਉੱਥੇ ਫਲੌਂਟ ਕਰਨਾ ਚੀਜ਼ਾਂ ਨੂੰ, ਯੂ ਨੋ ਹਾਊ ਐਕਚੁਅਲੀ ਐਕਟਰਸ ਨੂੰ ਕਿਵੇਂ ਡਿਫਾਈਨ ਕੀਤਾ ਜਾਂਦਾ ਹੈ। ਸੋ ਇੰਨੀ ਪੋਪੂਲਰ ਹੋਣ ਦੇ ਬਾਅਦ ਨਾਟ ਇਨ ਪੰਜਾਬੀ ਇੰਡਸਟਰੀ ਬਟ ਆਊਟ ਆਫ ਦੈਟ ਇੰਡਸਟਰੀ, ਸੋ ਵਾਮਿਕਾ ਲਈ ਆਈ ਗੈਸ ਦੇਰ ਆਰ ਨੋ ਬਾਉਂਡਰੀਜ਼। ਜੇ ਆਪਾਂ ਸਿਨੇਮਾ ਦੀ ਗੱਲ ਕਰੀਏ ਯੂ ਆਰ ਕਾਈਂਡ ਆਫ ਦੈਟ ਐਕਟਰੈਸ। ਸੋ ਉਸ ਫੈਮਿਲੀ ਐਟੀਕੇਟਸ ਨੂੰ, ਸੰਸਕਾਰ ਨੂੰ, ਕਿਉਂਕਿ ਆਈ ਹੋਪ ਤੁਸੀਂ ਇਸ ਚੀਜ਼ ਤੋਂ ਅਫੈਂਡ ਨਹੀਂ ਹੋਵੋਗੇ ਬਿਕਾਜ਼ ਐਕਟਰਸ ਦੇ ਵਿੱਚ ਨਾ ਇਹ ਚੀਜ਼ ਆ ਜਾਂਦੀ ਹੁੰਦੀ ਆ ਕਿ ਪਿੱਛੇ ਛੱਡਦੇ ਆ ਇੰਪੋਰਟੈਂਟ। ਤੁਸੀਂ ਲੋਕ ਹੀ ਬਹੁਤ ਇੰਪੋਰਟੈਂਸ ਦਿੰਦੇ ਹੋ ਐਕਟਰਸ ਐਕਟ੍ਰੈਸਸ ਨੂੰ, ਇੱਕ ਇੱਕ ਚੀਜ਼ ਉਹਨਾਂ ਦੀ ਵੀ ਉਹ ਕੀ ਕਰ ਰਹੇ ਨੇ, ਕਿੱਥੇ ਜਾ ਰਹੇ ਨੇ। ਇਟ ਮੀਡੀਆ ਡਸ ਪਲੇ ਅ ਪਾਰਟ, ਆਲਸੋ ਆਡੀਅੰਸ ਆਲਸੋ ਅਸ ਆਲਸੋ। ਆਈਲ ਟੈਲ ਯੂ ਐਕਟਰਸ ਨੂੰ ਨਾ ਵੈਨਿਟੀ ਵੈਨਸ ਵਿੱਚ ਜਾਂ ਫਿਰ ਕਿਉਂ ਐਕਟਰਸ ਨੂੰ ਅੱਛਾ ਟਰੀਟ ਕੀਤਾ ਜਾਂਦਾ ਹੈ ਔਨ ਸੈਟ, ਤਾਂ ਕਿ ਉਹਨਾਂ ਦਾ ਮੂਡ ਠੀਕ ਰਹੇ, ਤਾਂ ਕਿ ਜਦੋਂ ਉਹਨਾਂ ਦਾ ਕੈਰੈਕਟਰ, ਜਦੋਂ ਐਕਸ਼ਨ ਹੋਊਗਾ ਉਦੋਂ ਉਹ ਈਜ਼ੀਲੀ ਆਪਣੇ ਕੈਰੈਕਟਰ 'ਚ ਵੜ ਸਕਣ। ਦੈਟਸ ਇਟ। ਪਰ ਇਹਨੂੰ ਬਲੋਨ ਆਊਟ ਆਫ ਪ੍ਰਪੋਰਸ਼ਨ ਕਰਕੇ ਐਕਟਰਸ ਆਫ ਕੈਮਰਾ ਵੀ ਜਾਂ ਆਫ ਸੈਟ ਵੀ ਐਕਟਰਸ ਵਾਲੀ, ਸੁਪਰਸਟਾਰਸ ਵਾਲੀ ਫੀਲ ਲੈਣ ਲੱਗੇ, ਵਿਚ ਇਜ਼ ਨਾਟ ਉਹਨਾਂ ਦੀ ਪਰਸਨਲ ਪ੍ਰੋਬਲਮ ਹੈ ਦੈਟ ਦੇ ਥਿੰਕ ਕਿ ਜਿਵੇਂ ਮੈਨੂੰ ਸੈੱਟ ਤੇ ਟਰੀਟ ਕੀਤਾ ਜਾਂਦਾ ਹੈ, ਤੁਹਾਨੂੰ ਇੰਨਾ ਤੁਹਾਨੂੰ ਕੀ ਕਹਿੰਦੇ ਪੈਂਪਰ ਕੀਤਾ ਜਾਂਦਾ ਹੈ ਕਿ ਤੁਹਾਨੂੰ ਬਾਹਰਲੀ ਦੁਨੀਆ ਵੀ ਉਨਾ ਪੈਂਪਰ ਕਰੇ। ਉਹਨਾਂ ਦੀ ਪ੍ਰੋਬਲਮ ਹੈ। ਇਟਸ ਨਾਟ ਸਪੋਜ਼ ਟੂ ਬੀ ਲਾਈਕ ਦਿਸ। ਸੈਟਸ ਤੇ ਵੀ ਆਰ ਸਪੋਜ਼ ਟੂ ਬੀ ਪੈਂਪਰਡ ਬਿਕੋਜ਼ ਵੀ ਡੋਂਟ, ਅਗਰ ਸਾਡਾ ਕੋਈ ਹੋਰ ਅਸੀਂ ਅਪਸੈਟ ਹੋ ਜਾਈਏ ਜਾਂ ਸਾਨੂੰ ਕੋਈ ਚੀਜ਼ ਸਾਡਾ ਧਿਆਨ ਕਿਤੇ ਹੋਰ ਚਲੇ ਜਾਏ ਤੇ ਅਸੀਂ ਆਪਣੇ ਕੈਰੈਕਟਰਸ 'ਚ ਨਹੀਂ ਵੜ ਸਕਦੇ ਹਾਂ। ਉਸ ਤੋਂ ਇਲਾਵਾ ਐਕਟਰਸ ਨੂੰ ਪੈਂਪਰ ਕਰਨਾ, ਐਕਟਰਸ ਨੂੰ ਸੁਪਰਸਟਾਰ ਸਮਝਣਾ, ਇਹ ਸਾਡੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਹੈ ਐਂਡ ਨਾ ਹੀ ਸਾਨੂੰ ਉੱਦਾਂ ਦੀ ਟਰੀਟਮੈਂਟ ਮਿਲਣੀ ਚਾਹੀਦੀ ਹੈ। ਹੁਣ ਅਗਰ ਸਾਨੂੰ ਮਿਲਣੀ ਚਾਹੀਦੀ ਹੈ ਸਾਰੇ ਆਰਟਿਸਟ ਨੂੰ ਮਿਲਣੀ ਚਾਹੀਦੀ ਹੈ। ਸਾਰੇ ਆਰਟਿਸਟ ਦਾ ਮਤਲਬ ਹੈ ਰਾਈਟਰਸ ਨੂੰ ਵੀ, ਡਾਇਰੈਕਟਰ ਨੂੰ ਵੀ, ਸੈਟ ਡਿਜ਼ਾਈਨਰ ਨੂੰ ਵੀ। ਦੇ ਆਲ ਆਰ ਆਰਟਿਸਟ, ਸਾਰੇ ਇਕੱਠਿਆਂ ਦੀ ਫਿਲਮ ਬਣਦੀ ਹੈ। ਜੇ ਉਹਨਾਂ ਵਿੱਚੋਂ ਇੱਕ ਵੀ ਬੰਦਾ ਨਾ ਹੋਏ, ਐਕਟਰਸ ਕਿਹੜੇ ਕੰਮ ਦੇ ਆ, ਐਕਟਰਸ ਦੀ ਕਿਹੜੀਆਂ ਫਿਲਮਾਂ ਚੱਲਣਗੀਆਂ, ਰਾਈਟ। ਸੋ ਆਈ ਫੀਲ ਇਹ ਸਾਡੀ ਸੋਸਾਇਟੀ ਦੀ ਬਣੀਆਂ ਹੋਈ, ਜਿਵੇਂ ਸੋਸਾਇਟੀ ਦੀ ਹੋਰ ਬਹੁਤ ਸਾਰੇ ਇਸ਼ੂਜ਼ ਤੇ ਪ੍ਰੋਬਲਮਸ ਹੈ ਨਾ, ਦਿਸ ਆਲਸੋ ਕਮਸ ਅੰਡਰ ਦੈਟ। ਸਮਝ ਰਹੇ ਹੋ? Very, very well said. Seriously, I think we need that courtesy to say that. Yeah, yeah. We as actors, we need to be more human than the average person. In the sense, we need to be able to say
ਕੋਈ ਵੀ ਕੰਮ ਵੱਡਾ ਛੋਟਾ ਸਾਨੂੰ ਨਹੀਂ ਲੱਗਣਾ ਚਾਹੀਦਾ ਐਜ਼ ਐਨ ਐਕਟਰ ਯੂ نو ਫॉर ਐਗਜ਼ਾਮਪਲ ਵੀ ਸ਼ੁਡ ਨੋ ਕਿ ਜੇ ਸਾਨੂੰ ਇੱਕ ਲੈਟਸ ਸੇ ਕਿ ਜੇ ਕਲਾਸ ਵਾਈਜ਼ ਜਾਈਏ ਤਾਂ ਹਾਊ ਟੂ ਬਿਹੇਵ ਲਾਈਕ ਦ CEO of a huge company, okay, how to behave like a multi-millionaire, how to behave like a beggar, for example, a maid, for example, you know, ਜਿਨ੍ਹਾਂ ਤੋਂ ਜਿੱਦਾਂ ਸਾਡੇ any member of our staff ਹੈ ਨਾ, all of that we need to know ਅਸੀਂ ਕਿੱਦਾਂ ਉਹ ਜਾਣਾਂਗੇ if we keep ourselves neutral and humble ਹੈ ਨਾ, ਜੇ ਅਸੀਂ ਹਮੇਸ਼ਾ ਹੀ ਉਹ ਇੱਕ ਫਿਰ ਇੱਕ celebrity acting ਕਰ ਰਿਹਾ then it's not going to be me in the film, it's going to be Mandy Takri in every film, you know, that celebrity. So ਸਾਡੀ ਦੋਨਾਂ ਦੀ ਤਾਂ ਇਹੀ ਕੋਸ਼ਿਸ਼ ਹੁੰਦੀ ਹੈ ਅੰਕਲ ਪਲੀਜ਼ ਹੁਣ ਤੁਸੀਂ ਵੀ ਬਹੁਤ ਵੱਡੇ ਰਾਈਟਰ ਐਂਡ ਸਟਾਰ ਬਣ ਰਹੇ ਹੋ And actor also ਬਣਨ ਵਾਲੇ Actor ਹੈ ਵੀ ਬਣਨ ਵਾਲੇ ਹੈ So please be grounded. Okay, please keep that in mind ਹੈ ਨਾ that we can't do this and we ਸਾਨੂੰ ਸਾਰਿਆਂ ਨੂੰ ਇਹ ਐਸ ਸੈਲੀਬ੍ਰਿਟੀ ਸਮਝਣਾ ਪੈਣਾ ਹੈ ਕਿ ਇਹ ਇੱਕ ਲਿਮਿਟਿਡ ਪੀਰੀਅਡ ਹੈ ਐਂਡ ਇਟ ਕੀਪਸ ਚੇਂਜਿੰਗ ਐਂਡ ਰੋਟੇਟਿੰਗ ਐਂਡ ਨਿਊ ਟੈਲੈਂਟ ਕਮਸ ਅਪ ਐਂਡ ਇੱਕ ਉਮਰ ਵੀ ਨਾ ਗੋਇੰ ਲਾਸਟ ਫੋਰ ਐਵਰ ਨਨ ਆਫ ਅਸ ਵੀ ਆਲ ਗੋਇੰ ਗੋ ਹੈ ਨਾ ਐਂਡ ਸਾਡੀ ਇਵੋਲਵਮੈਂਟ ਸਾਡੀ ਉਮਰ ਦੇ I would say accordingly ਬਹੁਤ ਕੁਝ ਬਦਲੇਗਾ ਉਹ ਜਿਹੜਾ ਬਦਲਾਵ ਹੈ ਉਹ ਅਸੀਂ ਤਾਂ ਹੀ we can be ready ਜੇ ਅਸੀਂ we're open to change if we stay grounded. So uncle, ਡੈਫੀਨਿਟਲੀ ਸ਼ੋਰ when you grow up Please be please be grounded. grounded. बेसिकली मेरा सवाल अंकल तो ही सीगा कि जो सेलिब्रिटी स्टार इवन इफ आई टॉक अबाउट माई सेल्फ आई एम ऑल्सो अ पेंपर चाइल्ड ते मैं एक्सपैक्ट नहीं कर सकती बाहर जाके कि लोग ही मैंने उदा पेंपर करे सो इट्स ऑल अबाउट संस्कार मतलब मेरे सवाल तो पहला ना दोनों ने जवाब दे दिता सो आई कैन सी तुसी किवें कुट के वो संस्कार भरे होया शी इज़ ऑल्सो योर डॉटर बट थोड़े तो ज़रूर सुनना चाहवांगी ਨਹੀਂ ਮੈਂ ਤੇ ਬੇਟੀ ਨੂੰ ਜਾਂ ਸਾਰਿਆਂ ਨੂੰ ਇੱਕੋ ਹੀ ਸਲਾਹ ਦਿੰਦਾ ਹੁੰਦਾ ਕਿ ਸਾਨੂੰ ਨਾ ਜ਼ਿੰਦਗੀ ਨੂੰ ਆਪਣੇ ਪਿੱਛੇ ਨਹੀਂ ਲਾਉਣਾ ਚਾਹੀਦਾ ਲੈਟ ਵੀ ਫਾਲੋ ਦਾ ਲਾਈਫ Yeah. ਨੇਚਰ ਦਾ ਵਿਰੋਧ ਨਾ ਕਰੋ ਨੇਚਰ ਵਾਲੇ ਪਾਸੇ ਚਲੋ Yeah. ਨੇਚਰ ਨੂੰ ਫਾਲੋ ਕਰੋਗੇ ਇੰਜੋਏ ਕਰੋਗੇ ਨੇਚਰ ਦਾ ਵਿਰੋਧ ਕਰੋਗੇ ਲਾਈਫ ਦਾ ਵਿਰੋਧ ਕਰੋਗੇ ਲਾਈਫ ਕਹਿ ਰਹੀ ਹੈ ਇੱਧਰ ਨੂੰ ਜਾਣਾ ਤੁਸੀਂ ਕਹਿ ਰਹੇ ਹੋ ਉੱਧਰ ਨੂੰ ਜਾਣਾ ਹੈ ਵਨ ਡੇ ਯੂ ਵਿਲ ਫੇਸ ਕਿ ਯਾਰ ਕੁਝ ਗੜਬੜ ਹੈ ਸੋ ਵਾਈ ਡੋਂਟ ਵੀ ਫਾਲੋ ਦਾ ਲਾਈਫ ਔਰ ਜਿਹੜੀ ਲਾਈਫ ਫਾਈਲ ਫਾਲੋ ਕਰਨੀ ਹੈ ਉਹਨੂੰ ਵਧੀਆ ਤਰੀਕੇ ਨਾਲ ਕਰੋ ਕਿਉਂ ਇਸ ਭੁਲੇਖੇ 'ਚ ਰਹਿਣਾ ਹੈ ਕਿ ਅਸੀਂ ਅਸਮਾਨ ਤੇ ਉੱਡਣ ਵਾਲੇ ਆ ਇੱਕ ਦਿਨ ਤੇ ਜ਼ਮੀਨ ਤੇ ਆਉਣਾ ਹੀ ਹੈ ਨਾ ਤੇ ਬਿਹਤਰ ਕਿਉਂ ਹੈ ਉਹ ਕਹਿੰਦਾ ਵੀ ਤੁਸੀਂ ਜ਼ਮੀਨ ਤੇ ਬੈਠਣਾ ਕਿਉਂ ਪਸੰਦ ਕਰਦੇ ਹੋ ਕਹਿੰਦਾ ਜੀ ਇੱਥੇ ਡਿੱਗਣ ਦੇ ਚਾਂਸਸ ਘੱਟ ਹੁੰਦੇ ਆ Wow, exactly. Beautiful. That is so cool, yeah. ਜੇ ਅਸੀਂ ਉੱਡਾਂਗੇ ਕਦੋਂ ਤੱਕ ਉੱਡਾਂਗੇ ਮੇਰੀ ਅਸੀਂ ਸਵੇਰੇ ਸੈਰ ਕਰਦੇ ਆ ਮੇਰੇ ਇਹਨਾਂ ਦੀ ਮੰਮੀ ਤੇਜ਼ ਚੱਲਦੀ ਹੈ ਮੈਂ ਕਿਹਾ ਤੂੰ ਕਿਉਂ ਤੇਜ਼ ਚੱਲ ਰਹੀ ਹੈ ਕਹਿੰਦੀ ਮੈਨੂੰ ਤੇਜ਼ ਚੱਲਣਾ ਚੰਗਾ ਲੱਗਦਾ ਹੈ। ਮੈਂ ਕਿਹਾ ਤੂੰ ਤੇਜ਼ ਜ਼ਿਆਦਾ ਦੇਰ ਨਹੀਂ ਚੱਲ ਸਕਦੀ ਤੂੰ ਜ਼ਿਆਦਾ ਦੇਰ ਦੌੜ ਨਹੀਂ ਸਕਦੀ ਪਰ ਚੱਲ ਤੂੰ ਕਾਫੀ ਦੇਰ ਸਕਦੀ ਹੈ ਚੱਲਦੇ ਰਹੋ ਦੌੜਨਾ ਕਿਉਂ ਹੈ ਚਲੋ ਕੰਟੀਨਿਊਟੀ ਰਹਿਣੀ ਚਾਹੀਦੀ ਹੈ ਦੌੜੋ ਨਾ ਉੱਡੋ ਨਾ Consistency. ਬਣੇ ਰਹੋ ਆ ਇਹਨਾਂ ਗੱਲਾਂ ਤੋਂ ਖੁਸ਼ ਹੋ ਕੇ ਕੁੜੀ ਨੇ ਇੱਥੇ ਲਿਖਵਾ ਹੀ ਲਿਆ ਵੀ ਸਕੂਨ ਚਾਹੀਦਾ ਸੰਤੋਸ਼ ਚਾਹੀਦਾ शो मी शो ਇਹ ਲਿਖਵਾਉਣ ਨਾਲ ਨਹੀਂ ਆਉਂਦਾ ਸੰਤੋਖ ਐਂਡ ਸੈਲਫ ਸਵੈ ਮਾਨਤਾ ਪਰ ਹੁਣ ਮੈਂ ਇਹ ਆਪਣੇ ਟੈਟੂਜ਼ ਖਤਮ ਕਰ ਰਹੀ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਹੁਣ ਇਹ ਗੱਲਾਂ ਮੇਰੇ ਇੱਥੇ ਆ ਇਹ ਗਈਆਂ ਲਿਖਵਾਉਣ ਦੀ ਜ਼ਰੂਰਤ ਨਹੀਂ ਨਹੀਂ ਹੈ ਹੈ ਹੁਣ। ਇਹ ਸਾਨੂੰ ਲਾਈਫ ਵਿੱਚ ਐਕਚੁਅਲੀ ਫਾਲੋ so ਕਰਨਾ I'm gonna remove them now because I'm good now yeah ਹੁਣ ਮੈਨੂੰ ਰਿਮਾਈਂਡਰ ਨਹੀਂ ਚਾਹੀਦਾ now it's there that's very great because ਇੱਦਾਂ ਦੇ ਚੀਜ਼ਾਂ ਨੂੰ ਰਿਵੀਲ ਕਰਨ ਵਾਸਤੇ we need that guts and you people are doing it it's a big deal ਤੇ ਨਾਲ ਹੀ of course you are the one we had a conversation in lockdown I tried to reach you so hard I need to meet her I need to interview her ਤੁਸੀਂ ਮਿਲਦੇ ਨਹੀਂ ਹੈਗੇ ਹੋ ਸਭ ਦੇ ਵਾਂਗ ਮੇਰਾ ਵੀ ਆਹੀ ਸਵਾਲ ਆ ਮੈਂ ਤੁਹਾਨੂੰ ਦੋਨਾਂ ਨੂੰ ਵੈਸੇ I got some hints that you people are working together for some projects so can we reveal that yeah please Mandy because it's Mandy's production I would like her only to Thank you. was there a sarcasm Like just it's easier to put it on the other person, you know, like this. But yeah, I mean, I'll give you I promise, a proper interview once we release the poster and we go on set. With set te bulavange. How about that? है ना? So jaldi shuru karange within the month, God willingly towards the end of November, and ਉਹਦੇ ਵਿੱਚ ਸੱਸੀ ਦੋਨੋਂ sisters हैं and it's a period film. And 2 ਸਾਲ ਪਹਿਲਾਂ I think ਕਹਾਣੀ ਲਿਖੀ ਗਈ ਸੀ and ਹੁਣ ਬਣ ਰਹੀ ਹੈ and I'm very excited. I'm so excited ਮੈਂ ਬਹੁਤ ਦੇਰ ਤੋਂ ਵੇਟ ਕਰ ਰਹੀ ਹਾਂ ਐਂਡ ਜਦ ਮੈਂ ਐਕਚੁਅਲੀ ਬਾਅਦ ਚ ਨੋਟਿਸ ਕੀਤਾ ਅਟਾਇਰ ਬਿਲਕੁਲ ਸੇਮ ਕਲਰਸ ਬਿਲਕੁਲ ਡਿਫਰੈਂਟ ਇੰਨਾ ਪਿਆਰ ਫਿਲਮ ਚ ਸਿਸਟਰਸ ਤੇ ਰੀਅਲ ਲਾਈਫ ਦੇ ਵਿੱਚ ਵੀ ਆਬਵੀਅਸਲੀ ਸਿਸਟਰਸ ਸੋ Twinning, I just love twinning. I love twinning. Yeah. ਆਪਾਂ ਥੋੜੇ ਦਿਨ ਪਹਿਲਾਂ ਵੀ ਕਿਤੇ ਗਏ ਸੀ ਇਕੱਠੇ ਹੀ ਉੱਥੇ ਵੀ ਇਹੀ not ਇਹੀ but ਹਾਂ we were twinning
ਐਂਡ ਦੋਨੋਂ ਵਾਰ ਇਹਨਾਂ ਨੇ ਕਾਸਟਿਊਮ ਸਿਲੈਕਟ ਕੀਤੇ ਹੈ। ਇਹ ਮੈਨੂੰ ਸਿਰਫ ਫੋਟੋ ਭੇਜਦੇ ਕਿ ਆ ਤੂੰ ਪਾ ਰਹੀ ਹੈ, ਮੈਂ ਪਾ ਰਹੀ ਹਾਂ। ਆਮ ਲਾਈਕ ਹਾਂਜੀ ਠੀਕ ਹੈ। ਔਰ ਮੇਰੇ ਹੁਣ ਜਿਵੇਂ ਕੱਲ ਵੀ ਮੈਂ ਘਰੇ ਸ਼ੂਟ ਕਰ ਰਹੀ ਸੀ, ਮੈਂ ਕਿਤੇ ਸ਼ੂਟ ਕਰ ਰਹੀ ਸੀ ਕਿ ਇਹ ਘਰੇ ਆ ਕੇ ਮੇਰਾ ਕਾਸਟਿਊਮ ਫੜਾ ਕੇ ਚਲੇ ਗਏ। ਸੋ ਸ਼ੀ ਟੇਕਸ ਕੇਅਰ ਆਫ दैट ਐਂਡ ਆਈ ਐਮ ਰੀਲੀ ਗਲੈਡ। ਮੈਂ ਤੇ ਬਹੁਤ ਖੁਸ਼ ਹਾਂ ਟਵਿਨਿੰਗ ਵਿਦ ਹਰ। I am so glad because ਜਿਵੇਂ ਮੈਂ joint families ਦੇ concept ਦੀ ਗੱਲ ਕਰ ਰਹੀ ਹਾਂ, ਉਸ ਤੋਂ ਬਾਅਦ ਜੇ friendship, if we talk about friendship ਨਾ, so real life ਮਤਲਬ real friendship, true ਪਿਆਰ ਵਾਲੀ ਦਿਲ ਵਾਲੀ friendship is nowhere nowadays, and I feel great, rare I can say. ਤੁਸੀਂ being celebrities are so good friends, touch wood, but seriously I really want to know the secret behind I'll it. tell you, ਜਿੰਨੇ ਤੁਸੀਂ we are more grateful. We are also very very thankful and grateful because we understand that ਜਿਹੋ ਜਿਹੀ ਇੰਡਸਟਰੀ 'ਚ ਆਪਾਂ ਕੰਮ ਕਰਦੇ ਹਾਂ, ਜਿਹੋ ਜਿਹੇ ਲੋਕਾਂ ਦੇ ਨਾਲ ਆਪਾਂ ਕੰਮ ਕਰਦੇ, there's a lot of jealousy, there's a lot of insecurity. ਜਿਵੇਂ ਮੈਂ ਇੱਕ ਹੋਰ ਇੰਟਰਵਿਊ ਮੈਨੂੰ A lot of deception. ਇੱਕ ਹੋਰ ਇੰਟਰਵਿਊ ਮੈਨੂੰ ਪੁੱਛ ਰਿਹਾ ਸੀਗਾ ਕਿ ਹੁਣ ਤੁਹਾਨੂੰ ਲੱਗਦਾ ਕੰਪੀਟੀਸ਼ਨ ਜ਼ਿਆਦਾ ਹੋ ਗਿਆ। ਸੋ ਅਗੇਨ ਕੰਪੀਟੀਸ਼ਨ ਜਿਹੜੀ ਆਹ ਵਾਲੀ ਚੀਜ਼ ਹੈਗੀ ਹੈ ਨਾ, ਇਸ ਦੁਨੀਆ ਤੋਂ ਥੋੜਾ ਹਟ ਕੇ ਤੁਹਾਡੀ ਦੋਸਤੀਆਂ ਹੋਣ, ਇਹ ਉਹ ਬਹੁਤ ਰੇਅਰ ਹੈ। ਸੋ ਆਈ ਐਮ ਆਲਸੋ ਵੈਰੀ ਥੈਂਕਫੁਲ ਕਿ ਉਸ ਕੰਪੀਟੀਸ਼ਨ, ਉਸ ਇੰਡਸਟਰੀ, ਉਸ ਇਹ ਜਿਹੜਾ ਫੇਮ ਤੇ ਇਹ ਸਭ ਪਾਗਲਪਨ ਹੈ ਨਾ, ਇਸ ਤੋਂ ਹਟ ਕੇ ਸਾਡੀ ਦੋਸਤੀ ਹੈਗੀ ਹੈ। ਸੋ ਆਈ ਐਮ ਆਲਸੋ ਵੈਰੀ ਗ੍ਰੇਟਫੁਲ। ਆਈ ਨੋ ਇਟਸ ਵੈਰੀ ਰੇਅਰ ਬਟ ਵੀ ਆਰ ਵੈਰੀ ਲੱਕੀ ਟੂ ਹੈਵ ਦਿਸ ਇਨ ਆਰ And ਲਾਈਫ। one more thing is that both of us, and this is not a joke, we've never really felt like celebrities. We've actually ਕਦੇ ਉਹ acknowledgement ਹੀ ਨਹੀਂ ਹੋਈ ਕਿ ਸਾਡੀ ਗੱਲਬਾਤ ਹੈ ਜਾਂ ਫਿਰ you know like we're celebrities. And we don't want we've to and have we're that good feel that way. also. Yeah, we're good that way because it's nice. You know, very rarely. I mean, I still remember ਜਦੋਂ ਮੈਂ I think last to last year ਇੱਥੇ ਚੰਡੀਗੜ੍ਹ ਜ਼ਿਆਦਾ ਸੀਗੀ because usually ਮੈਂ shoot ਕਰਕੇ I leave and then I was here for a consistent amount of time. And then I remember ਕਿ even before clicking pictures or something I used to be like me okay, you know like that kind of a thing. It takes time and even then we're still like ਜ਼ਮੀਨ ਤੇ ਬੈਠੇ ਹਾਂ and we want to stay there. Nice. So, family, apart from family, all of them. So, festive season is already there. So, what do you want to say? मतलब ऐदा दा प्यार, ऐदा दी family, आजकल दी life दे विच it's I think next to impossible I can say क्योंकि बहुत rare ਹੁੰਦਾ है. So, I really want to know the bonding ਤੁਸੀਂ ਲੋਕੀ share ਕਰਦੇ ਹੋ. ਉਹ ਮੈਂ ਦੇਖ ਰਹੀ ਹਾਂ but I just want to know क्योंकि sometimes ਪਿੱਛੇ ਇੱਕ phase ਆਇਆ ਸੀ, you were very down. We had a word about it. So, ਕੀ role play ਕਰਦੀ ਹੈ ਗੱਬੀ family in your life? See, right now, honestly speaking, this is one of my very first initiatives towards uncle and auntie and I would say the elders. मैं मतलब ਜਦੋਂ ਵੀ ਆਪਾਂ ਮਿਲਦੇ ਹਾਂ ਆਪਾਂ ਬਹੁਤ ਇਵੈਂਟਸ ਤੇ ਮਿਲੇ ਹਾਂ ਜਾਂ ਫਿਰ ਫਾਰਮਲੀ ਮਿਲੇ ਹਾਂ ਜਾਂ ਪ੍ਰੀਮੀਅਰ ਤੇ ਮਿਲੇ ਹਾਂ ਆਈਵ ਕੈਪਟ ਇਟ ਇਟਸ ਬੀਨ ਮੋਰ ਮੀ ਐਂਡ ਵਾਮਿਕਾ ਐਂਡ ਆਈ ਜਸਟ ਨੋ ਅਬਾਊਟ ਦ ਫੈਮਿਲੀ ਥਰੂ ਵਾਮਿਕਾ ਬਟ ਹੁਣ ਮੈਂ ਆਪੇ ਹੀ ਸੈਲਫ ਇਨਵਾਈਟ ਕੀਤਾ ਸੀਗਾ ਆਪਣੇ ਆਪ ਨੂੰ ਕਿ ਮੈਂ ਡਿਨਰ ਕਰਨ ਆ ਰਹੀ ਹਾਂ ਯੂ نو ਕਰੇ ਐਂਡ ਮੈਂ ਥੋੜੀ ਜਿਹੀ ਮਤਲਬ ਆਈ ਵੁਡਨਟ ਸੇ ਕਿ ਮੈਨੂੰ ਪਿਆਰ ਉਨਾ ਹੀ ਹੈ ਮੈਂ ਪਿਕਚਰਸ ਦੇਖਦੀ ਰਹਿੰਦੀ ਹਾਂ ਫੋਟੋਜ਼ ਦੇਖਦੀ ਰਹਿੰਦੀ ਹਾਂ ਹਮੇਸ਼ਾ ਵਾਮਿਕਾ ਸ਼ੀ ਇਜ਼ ਵੈਰੀ ਮਤਲਬ ਬਹੁਤ ਕਲੋਜ਼ ਆਪਣੀ ਫੈਮਿਲੀ ਦੇ ਨਾਲ ਰੀਸੈਂਟਲੀ ਸ਼ੂਟ ਕੀਤਾ ਸੀਗਾ ਆਪਣੀ ਪੂਰੀ ਆਈ ਥਿੰਕ ਨਾਨੀ ਦਾਦੀ ਮਮ ਸੋ ਮੈਨੂੰ ਦਿਖਾਉਂਦੇ ਰਹਿੰਦੇ ਨੇ ਐਂਡ ਦੈਨ ਫਿਰ ਫਾਦਰ ਦੀ ਇਹਨਾਂ ਨੇ ਇੱਕ ਪੇਂਟਿੰਗ ਕੀਤੀ ਸੀ ਯਾਦ ਹੈ ਤੁਸੀਂ ਪਹਿਲੀ ਵਾਰ ਇੱਕ ਡਰੋ ਸਕੈਚ ਕੀਤਾ ਸੀ ਉਹ ਮੈਨੂੰ ਦਿਖਾਇਆ ਸੀ ਤਾਂ ਫਿਰ ਯੂ نو ਆਮ ਆਲਵੇਜ਼ ਬੀਇੰਗ ਅਪਡੇਟਡ ਬਟ ਮੈਂ ਥੋੜਾ ਜਿਹਾ ਆਈ ਥਿੰਕ ਥੋੜਾ ਜਿਹਾ ਰਿਜ਼ਰਵਡ ਰਹੀ ਹਾਂ ਜਨਰਲੀ ਪਤਾ ਨਹੀਂ ਇੱਕ ਕਿਉਂਕਿ ਮੈਂ ਐਕਚੁਅਲੀ ਚੰਡੀਗੜ੍ਹ ਵੀ ਹੁਣੇ ਸ਼ਿਫਟ ਹੋਈ ਹਾਂ ਸੋ ਇੰਨਾ ਮੌਕਾ ਵੀ ਨਹੀਂ ਮਿਲਿਆ ਕਿ ਮੈਂ ਇੰਨੀ ਇੰਟਰੈਕਸ਼ਨ ਕਰ ਸਕਾਂ ਮਤਲਬ ਹਜੇ ਸਾਡੀ ਜਿਹੜਾ ਦੋਸਤੀ ਜਦੋਂ ਕੋਈ ਵਧੀਆ ਦੋਸਤ ਹੁੰਦਾ ਨਾ ਟਾਈਮ ਲੱਗਦਾ ਹੈ ਸੋ ਹੁਣ ਉਹ ਦੋਸਤੀ ਨਾ ਹੁਣ ਪੱਕੀ ਹਜੇ ਹੋਈ ਹੈ ਸੋ ਹੁਣ ਐਂਡ ਆਮ ਗਲੈਡ ਕਿ ਇਹ ਪਹਿਲਾਂ ਹੀ ਮੇਰੀ ਫੈਮਿਲੀ ਨਾਲ ਇਦਾਂ ਇਨਵੋਲਵਡ ਨਹੀਂ ਹੋਏ ਫਿਰ ਉਹ ਜ਼ਿਆਦਾ ਨਾ ਵੀਅਰਡ ਹੋ ਜਾਂਦਾ ਹੈ ਸੋ ਨਾਓ ਵੈਨ ਆਈ ਐਮ ਸ਼ੋਰ ਸ਼ੀ ਇਜ਼ ਸ਼ੋਰ ਨਾਓ ਇੰਟਰੈਕਟਿੰਗ ਵਿਦ ਦ ਫੈਮਿਲੀ ਵਿਲ ਬੀ ਔਨ ਅ ਡਿਫਰੈਂਟ ਲੈਵਲ ਸੋ ਦੈਟ ਵਿਲ ਬੀ ਬੈਟਰ ਸੋ ਨਾਓ ਹੁਣ ਕਿਉਂਕਿ ਚੰਡੀਗੜ੍ਹ ਸ਼ਿਫਟ ਹੋ ਗਿਆ ਇਸੀ ਸਾਲ ਸੋ ਨਾਓ ਇਟਸ ਗੋਇੰ ਟੂ ਬੀ ਅ ਪ੍ਰੋਪਰ association with family. Proper association, I like it. ਜੋ ਤੁਸੀਂ Right, I'm going to sign contracts. You are allowed to come home now. Every week one dinner. One dinner. ਆਈ ਮਸਟ ਸੇ ਕਿ ਤੁਸੀਂ ਜਿੰਨੇ ਬਲੰਟ ਹੋ ਆਮ ਪ੍ਰੀਟੀ ਸ਼ੋਰ ਜਦ ਫਾਈਟ ਹੋਈ ਹੋਵੇਗੀ ਸੋ ਇੰਡਸਟਰੀ ਦੇ ਲੋਕ ਇਨਵੋਲਵ ਹੋਏ ਸੀਗੇ ਪੰਜਾਬੀ ਇੰਡਸਟਰੀ ਦੇ Not at all. Yeah. No. Not at all. Oh, actually, no. ਹੋਈ ਇਸ ਲਈ ਸੀ because of some stupid industry person. ਹਾਂ ਉਹ ਹਾਂ ਸਾਡੀ ਲੜਾਈ ਦੇ ਵਿੱਚ ਕੋਈ ਨਹੀਂ ਇਨਵੋਲਵ ਹੋਇਆ ਸੀਗਾ ਕਿਸੇ ਦੀ ਵਜ੍ਹਾ ਨਾਲ ਹੋਈ ਸੀਗੀ ਯੈਸ ਦੈਟਸ ਵਾਈ ਸਾਡੀ ਦੋਸਤੀ ਹੁਣ ਇੰਡਸਟਰੀ ਤੋਂ ਪਰੇ ਹੋ ਚੁੱਕੀ ਹੈ ਬਿਕਾਜ਼ ਵੀ ਕਾਈਂਡ ਆਫ ਅੰਡਰਸਟੂਡ ਦੈਟ this is not the space to be in you know so yeah but otherwise ਸਾਡੀ ਜਿਹੜੀ ਲੜਾਈ ਹੋਈ ਸੀਗੀ and I'll tell you I respect her too much even ਜਦੋਂ ਆਪਣੀ ਲੜਾਈਆਂ ਵੀ ਹੋਈਆਂ I don't think ਕਿ even ਇਹਨਾਂ ਨੇ ਵੀ ਆਪਾਂ ਸਾਡੀ ਲੜਾਈ ਨਹੀਂ ਹੋਈ ਸੀਗੀ by the way we never verbally fought
it was just we stopped talking. So we never disrespected each other. We never ਅਸੀਂ ਇੱਕ ਦੂਜੇ ਨੂੰ ਕੁਝ ਮੰਦਾ ਨਹੀਂ ਬੋਲਿਆ ਇੱਕ ਦੂਜੇ ਸਾਹਮਣੇ ਲੜਾਈਆਂ ਹੋ ਗਈਆਂ ਫਿਰ ਕਿਸੇ ਹੋਰ ਨੂੰ ਕਹਿ ਰਹੇ ਸੀਗੇ ਬਟ we always had that respect and that's why we could start over ਇੱਕਦਮ ਤੋਂ because ਅਸੀਂ ਗਲਤ ਜਾਂ ਗੰਦੇ ਤਰੀਕੇ ਨਾਲ ਨਹੀਂ ਕੁਝ ਇਦਾਂ ਹੋਇਆ ਸੀਗਾ you know It was just a normal Yeah. fight It was just a between normal two fight friends that over misunderstanding and we just stopped talking. ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਇਹ ਦੋਸਤੀਆਂ ਇਦਾਂ ਚੱਲਦੀਆਂ ਵੀ ਆਰ ਵਾਤਾਵਰਨ ਫਰੈਂਡ ਸਿੰਸ 84 Yeah. ਅਸੀਂ ਵੀ ਦੋਸਤੀ ਹਾਂ ਔਰ ਦੋਸਤੀਆਂ ਦੇ ਵਿੱਚੋਂ ਉਤਰਾਵ ਚੜਾਵ ਮਨ ਮੁਟਾਵ ਅੜੋਸੀ ਪੜੋਸੀ ਇੰਟਰਫੀਅਰ ਕਰਦੇ ਆ ਬਟ ਦੋਸਤੀ ਆਪਣੀ ਜਗ੍ਹਾ ਤੇ ਰਹਿੰਦੀ ਬਿਲਕੁਲ ਹੈ ਇਹ ਹਿਊਮਨ ਬੀਇੰਗ ਹੈ ਨਾ ਲੜਾਈਆਂ ਵੀ ਹੋਣੀਆਂ ਝਗੜੇ ਵੀ ਹੋਣੇ ਆ ਪਰ ਦੋਸਤੀ ਆਪਣੀ ਜਗ੍ਹਾ ਰਹਿਣੀ ਹੈ ਸੋ ਇਹ ਸੇਮ ਜਿਹੜਾ ਉਹ ਮੇਰੇ ਪਾਪੇ ਨੇ ਨਿਭਾਈ ਮੈਂ ਨਿਭਾ ਰਿਹਾ ਹੁਣ ਇਹ ਅੱਗੇ ਸ਼ੁਰੂ ਹੋ ਗਈ ਹੈ ਐਂਡ ਇਟ ਵਿਲ ਗੋ ਅਪ Yeah. ਔਰ ਦੋਸਤੀ ਨਿਭਾਉਣਾ ਸੌਖਾ ਕੰਮ ਨਹੀਂ ਹੁੰਦਾ ਹੈ, ਬੜਾ ਔਖਾ ਕੰਮ ਹੁੰਦਾ ਇਟਸ ਨਾਟ ਈਜ਼ੀ ਬਹੁਤ ਔਖਾ ਹੁੰਦਾ ਔਖਾ ਇਸ ਕਰਕੇ ਇੱਕ ਵਾਰ ਜ਼ੂਮ ਕਰਕੇ ਦਿਖਾਇਆ ਜਾਵੇ ਟਰੂ ਫਰੈਂਡਸ਼ਿਪ ਗੋਲਸ ਨੂੰ ਆਪਾਂ ਚਾਹੁੰਦੇ ਹਾਂ ਇੱਕ ਵਾਰ ਜ਼ੂਮ ਕਰਕੇ ਦਿਖਾਇਆ ਜਾਵੇ ਜਨਰੇਸ਼ਨ ਟੂ ਜਨਰੇਸ਼ਨ ਜੋ ਚੱਲਦਾ ਆ ਰਿਹਾ ਹੈ ਆਈ ਵਿਲ ਨਾਟ ਟੇਕ ਮਚ ਟਾਈਮ ਬਿਕਾਜ਼ ਆਈ ਨੋ ਯੂ ਪੀਪਲ ਆਰ ਟਾਇਰਡ ਆਈ ਵਿਲ ਮੀਟ ਯੂ ਬੋਥ ਬਹੁਤ ਛੇਤੀ ਔਨ ਸੈਟ ਆਈ ਵੁੱਡ ਲਵ ਟੂ ਟਾਕ ਟੂ ਯੂ definitely call you. Yes. Thank you so much. Thank you. Let me just give you a compliment. I saw your family. They were so simple, sober. I just loved it. Trust me, I'm staying away from my family and I felt they're like my family. Aw, thank you. thank you very much. Thank you I so wish you all the best and have a nice joint family So thank you so much. Thank you. Well, AC ਸਾਡੇ ਨਾਲ ਹੱਸਦੇ ਖੇਡਦੇ ਜਿੱਥੇ ਅਸੀਂ ਤੁਹਾਨੂੰ ਦਿਖਾਏ ਟਰੂ ਫਰੈਂਡਸ਼ਿਪ ਗੋਲਸ ਐਂਡ ਅੱਜਕੱਲ ਦੇ ਟਾਈਮ ਦੇ ਵਿੱਚ ਜੁਆਇੰਟ ਫੈਮਿਲੀ ਦੇ ਜਿਹੜੇ ਕਨਸੈਪਟ ਆ ਉਹ ਅਸੀਂ ਤੁਹਾਨੂੰ ਦਿਖਾਏ ਇਟ ਵਾਸ ਸੋ ਗੁੱਡ ਟੂ ਟਾਕ ਟੂ them ਮੈਨੂੰ ਬਿਲਕੁਲ ਨਹੀਂ ਲੱਗ ਰਿਹਾ ਸੀਗਾ ਕਿ ਕੋਈ ਸ਼ਾਇਦ ਇੱਕ ਪ੍ਰੋਫੈਸ਼ਨਲ ਗੱਲਬਾਤ ਚੱਲ ਰਹੀ ਆ ਬਟ ਆਈ ਫੈਲਟ ਕਿ ਸ਼ਾਇਦ ਮੈਂ ਆਪਣੀ ਫੈਮਿਲੀ ਨਾਲ ਜੋ ਇੰਟਰੈਕਸ਼ਨ ਕਰ ਰਹੀ ਹਾਂ ਬਹੁਤ ਚੰਗਾ ਲੱਗਿਆ ਸੁਣ ਕੇ ਤੇ ਸਭ ਨੂੰ ਆਹੀ ਮੈਸੇਜ ਆ ਕਿ ਇਸ ਪੈਂਡੇਮਿਕ ਦੇ ਵਿੱਚ ਜਾਂ ਫਿਰ ਅੱਜਕੱਲ ਦੇ ਟਾਈਮ ਦੇ ਵਿੱਚ ਜਿੱਥੇ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਾਸਟ ਹੋ ਗਿਆ ਹੈ ਅਸੀਂ ਇੱਕ ਰੂਮ 'ਚ ਬਹਿ ਕੇ ਆਪਣੀ ਫੈਮਿਲੀ ਮੈਂਬਰ ਨੂੰ ਜਿਹੜੇ ਆ ਮੈਸੇਜ ਕਰਕੇ ਪੁੱਛਦੇ ਆ ਕਿ ਉਹ ਚੀਜ਼ ਕਰ ਦਿਓ ਜਾਂ ਇੱਦਾਂ ਕਰ ਦਿਓ ਇੱਕ ਘਰ ਦੇ ਵਿੱਚ ਰਹਿੰਦੇ ਹੋਏ ਵੀ ਬਹੁਤ ਡਿਸਟੈਂਸ ਆ ਚੁੱਕਿਆ ਹੈ ਸੋ ਇਸ ਇੰਟਰਵਿਊ ਤੋਂ ਬਾਅਦ ਇਸ ਕਵਰੇਜ ਤੋਂ ਬਾਅਦ ਆ ਜ਼ਰੂਰ ਕਹਿਣਾ ਚਾਹਾਂਗੀ ਕਿ ਉਸ ਡਿਸਟੈਂਸ ਨੂੰ ਦੂਰ ਕਰੋ ਫੈਮਿਲੀਜ਼ ਨਾਲ ਬੈਠੋ ਗੱਲਬਾਤ ਕਰੋ ਸ਼ਾਇਦ ਬਹੁਤ ਜਿਹੜੇ ਡਿਪਰੈਸ਼ਨ ਸੁਸਾਈਡਲ ਜਿਹੜੇ ਵੀ ਕੇਸਿਸ ਆ ਰਹੇ ਉਹ ਬਹੁਤ ਹੱਦ ਤੱਕ ਸੌਰਟ ਹੋ ਸਕਦੇ ਨੇ ਆਈ ਮਸਟ ਸੇ ਦੈਟ ਵੀਡੀਓ ਜਰਨਲਿਸਟ ਗੌਰਵ ਦੇ ਨਾਲ ਸੋਨਾਲੀ ਨੇਗੀ ਸਾਈਨਿੰਗ ਆਫ